NKN TV ਦੇਖ ਰਹੇ ਸਰੋਤਿਆਂ ਦਾ ਸਵਾਗਤ ਹੈ। ਮੈਂ ਤੁਹਾਡਾ ਨਿਰਮਲ ਗੁੜਾ ਪ੍ਰੋਗਰਾਮ ਲੈ ਕੇ ਇੱਕ ਖਾਸ ਹਾਜ਼ਰ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਕੁਝ ਕੁ ਸਮੇਂ ਤੋਂ ਕਰੋਨਾ ਮਹਾਮਾਰੀ ਦੇ ਕਰਕੇ ਲੋਕਡਾਊਨ ਹੈ। ਲੋਕਡਾਊਨ ਦੇ ਵਿੱਚ ਬਹੁਤ ਸਾਰੇ ਤਜਰਬੇ ਹੋਏ ਨੇ। ਇਹਨਾਂ ਤਜਰਬਿਆਂ ਦੇ ਵਿੱਚ ਜਿਹੜਾ ਖਾਸ ਤਜਰਬਾ ਉਹ ਇਹ ਸਾਹਮਣੇ ਆਇਆ ਕਿ ਜਦੋਂ ਹੀ ਲੋਕਡਾਊਨ ਹੋਇਆ, ਜਿੱਦਣ ਕਰਫਿਊ ਲੱਗਿਆ, 3 ਕੁ ਦਿਨ ਦੇ ਵਿੱਚ ਲੋਕਾਂ ਦੀਆਂ ਵੀਡੀਓ ਵਾਇਰਲ ਹੋਣ ਲੱਗ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਅਸੀਂ ਭੁੱਖੇ ਬੈਠੇ ਹਾਂ, ਸਾਡੇ ਪੀਪੇ ਖਾਲੀ ਨੇ, ਸਾਡੇ ਤਪਲੇ ਮੂੰਹਦੇ ਨੇ, ਸਾਨੂੰ ਖਾਣ ਨੂੰ ਕੁਝ ਨਹੀਂ ਹੈ। 3 ਕੁ ਦਿਨਾਂ ਦੇ ਵਿੱਚ ਲੋਕਾਂ ਦੀਆਂ ਚੀਕਾਂ ਕਿਵੇਂ ਨਿਕਲੀਆਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ। ਤੇ ਸਮਾਜ ਸੇਵਕਾਂ ਨੇ ਵੀ ਹਰ ਵਾਰ ਲਾਈ ਆ, ਹਰ ਇੱਕ ਤੱਕ ਰੋਟੀ ਪਹੁੰਚਾਉਣ ਦੇ ਲਈ, ਹਰ ਤੱਕ ਸਹੂਲਤ ਪਹੁੰਚਾਉਣ ਲਈ, ਹਰ ਤੱਕ ਦਵਾਈ ਪਹੁੰਚਾਉਣ ਦੇ ਲਈ। ਸਰਕਾਰਾਂ ਵੱਲੋਂ ਕਿੰਨੀਆਂ ਕੁ ਸਹੂਲਤਾਂ ਮਿਲੀਆਂ, ਇਹਦੇ ਬਾਰੇ ਬਾਹਲਾ ਕੁਝ ਦੱਸਣ ਦੀ ਲੋੜ ਨਹੀਂ, ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਪਰ ਉਹ ਸਮਾਜ, ਉਹ ਵਰਗ ਦੇ ਲਈ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਹੜਾ ਧਿਆਨ ਅੱਜ ਜਾਣਾ ਬਣਦਾ ਹੈ ਕਿ ਉਹ ਹਰ ਪਿੰਡ ਦੇ ਵਿੱਚ, ਹਰ ਮੁਹੱਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਕੁਦਰਤ ਦੀ ਮਾਰ ਹੇਠ ਆਏ ਨੇ, ਅੰਗਹੀਣ ਨੇ। ਕੋਈ ਬਾਂਹ ਤੋਂ ਵਾਂਝਾ ਹੈ, ਕੋਈ ਲੱਤ ਤੋਂ ਅੰਗਹੀਣ ਹੈ, ਕੋਈ ਨੇਤਰਹੀਣ ਹੈ ਜਾਂ ਮਾਨਸਿਕ ਮੰਦਬੁੱਧੀ ਹੈ। ਉਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਅੱਜ ਲੋਕਡਾਊਨ ਦੇ ਵਿੱਚ? ਇਸ ਗੱਲ ਤੋਂ ਇੱਕ ਨਤੀਜਾ ਸਾਹਮਣੇ ਆਉਂਦਾ, ਜਦੋਂ ਲੋਕਾਂ ਦੀਆਂ 3 ਦਿਨ ਦੇ ਵਿੱਚ ਚੀਕਾਂ ਨਿਕਲ ਗਈਆਂ, ਉਹਨਾਂ ਨੇ ਹੁਣ ਤੱਕ ਆਪਣੀ ਜ਼ਿੰਦਗੀ ਕਿੱਦਾਂ ਗੁਜ਼ਾਰੀ ਹੋਊਗੀ ਕਦੀ ਕਿਸੇ ਨੇ ਸੋਚਿਆ ਨਹੀਂ। ਤੇ ਮੇਰੇ ਨਾਲ ਨੇ ਅੱਜ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਵਾਸਤੇ ਵਿਸ਼ੇਸ਼ ਤੌਰ ਤੇ ਸਾਡੇ NKN TV ਦੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਹੈਂਡੀਕੈਪਟ ਸੇਵਾ ਸੁਸਾਇਟੀ ਪੰਜਾਬ ਦੇ ਚੇਅਰਮੈਨ ਨੇ ਬਲਿਹਾਰ ਸਿੰਘ ਜੀ। ਸਭ ਤੋਂ ਪਹਿਲਾਂ ਬਲਿਹਾਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ NKN TV ਦੇ ਸਟੂਡੀਓ ਦੇ ਵਿੱਚ। ਸਤਿ ਸ੍ਰੀ ਅਕਾਲ ਜੀ, ਬੜਾ ਧੰਨਵਾਦ ਜੀ। ਤੇ ਅਸੀਂ ਬੜੇ ਚਿੰਤਤ ਹਾਂ, ਜਿਹੜਾ ਤਜਰਬਾ ਹੁਣ ਲੋਕਡਾਊਨ ਦੇ ਵਿੱਚ ਹੋਇਆ, ਅਸੀਂ ਦੇਖਿਆ ਕਿ ਜਿਹੜੇ ਚੰਗੇ ਕਮਾਉਣ ਵਾਲੇ ਪਰਿਵਾਰ, ਚੰਗੇ ਸਿਹਤਮੰਦ ਪਰਿਵਾਰ, ਉਹਨਾਂ ਦੀਆਂ 3 ਕੁ ਦਿਨਾਂ ਦੇ ਵਿੱਚ ਕਿੱਦਾਂ ਚੀਕਾਂ ਨਿਕਲੀਆਂ ਕਿ ਸਾਡੇ ਪੱਲੇ ਕੁਛ ਨਹੀਂ, ਸਾਡੇ ਤਪਲੇ ਮੂੰਹਦੇ ਨੇ, ਸਾਡੇ ਡੱਬੇ ਖਾਲੀ ਨੇ, ਸਾਡੇ ਕੋਲ ਆਟਾ ਹੈ ਨਹੀਂ। ਤੇ ਅਸੀਂ ਬੜੇ ਇੱਥੇ ਚਿੰਤਾ ਦੇ ਵਿੱਚ ਆਏ ਹਾਂ। ਉਮੀਦ ਹੈ ਕਿ ਅੱਜ ਦੀ ਇਹ ਸਾਡੀ ਰਿਪੋਰਟ ਦੇਖ ਕੇ ਸਮਾਜ ਵੀ ਚਿੰਤਾ ਦੇ ਵਿੱਚ ਆਏਗਾ ਕਿ ਜਿਹੜੇ ਹੈਂਡੀਕੈਪਟ ਸਾਡੇ ਭੈਣਾਂ ਨੇ, ਭਰਾ ਨੇ, ਬਜ਼ੁਰਗ ਨੇ, ਉਹਨਾਂ ਨੇ ਹੁਣ ਤੱਕ ਕਿੱਦਾਂ ਸਮਾਂ ਬਤੀਤ ਕੀਤਾ ਹੋਊਗਾ। ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ ਤੇ ਮੈਂ ਕੁਝ ਕੁ ਸਵਾਲ ਕਰਨੇ ਚਾਹਾਂਗਾ। ਜਿਵੇਂ ਸਭ ਤੋਂ ਪਹਿਲਾਂ ਇਹ ਹੈ ਕਿ ਜਿਵੇਂ ਵਿਧਵਾ ਨੂੰ ਪੈਨਸ਼ਨ ਬਹੁਤ ਲੰਬੇ ਸਮੇਂ ਬਾਅਦ 100 ਹੋਈ, 150 ਹੋਈ, 200 ਹੋਈ, 250 ਹੋਈ, 350 ਹੋਈ, 500 ਹੋਈ, ਹੁਣ 750 ਹੈ। 750 ਵਿਧਵਾ ਔਰਤ ਦੀ ਪੈਨਸ਼ਨ 750 ਹੈ, ਬਜ਼ੁਰਗ ਦੀ ਪੈਨਸ਼ਨ ਜਿਹੜੀ 750 ਆ। ਕੀ ਅੰਗਹੀਣ ਜਾਂ 100% ਅੰਗਹੀਣ ਦੀ ਵੀ ਜਿਹੜੀ 750 ਹੋਈ ਆ ਜਾਂ 7,500 ਆ? ਇਹ ਥੋੜਾ ਜਿਹਾ ਲੋਕਾਂ ਨੂੰ ਭੁਲੇਖਾ ਹੈ। ਭੁਲੇਖਾ ਜੀ ਇਦਾਂ, ਜਿਹੜੀ ਤਾਂ ਵਿਧਵਾ ਆ, ਚਲੋ ਉਹ ਵੀ ਰੱਬ ਦੀ ਕਰੂਪੀ ਕਹਿ ਲਓ ਵੀ ਉਹ ਵੀ ਪੈਨਸ਼ਨ ਤਾਂ ਉਹਦੀ ਵੀ 750 ਹੋਈ ਹੈ। ਪਰ ਅਸੀਂ ਕਹਿੰਦੇ ਹੈਂਡੀਕੈਪ ਵਰਗ ਦੀ ਵੀ ਤੇ ਬਜ਼ੁਰਗਾਂ ਦੀ ਵੀ 750 ਪੈਨਸ਼ਨ ਆ ਰਹੀ ਹੈ। ਕੋਈ 750, 7,000 ਜਾਂ ਕੋਈ 3,000 ਵੀ ਨਹੀਂ ਹੈਗੀ। ਬਾਹਲਾ ਦੁੱਖ ਤਾਂ ਇਸ ਗੱਲ ਦਾ, ਚੰਗੇ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਦੀ ਪੈਨਸ਼ਨ 750 ਆ, ਉਹਦਾ ਸਭ ਅੱਜ ਜਿਹੜਾ ਬੰਦਾ ਕੁਛ ਕਰੇ ਨਹੀਂ ਸਕਦਾ, ਆਪਣੀ ਫੈਮਿਲੀ ਨੂੰ ਕਿੱਦਾਂ ਚਲਾਊਗਾ 750 ਦੇ ਨਾਲ? ਇਹ ਦੇਖੋ, ਸਰਕਾਰ ਨੇ ਤਾਂ ਇੱਕ ਮਜ਼ਾਕ ਕੀਤਾ ਸਾਡੇ ਨਾਲ, 750 ਰੁਪਈਆ ਪੈਨਸ਼ਨ ਲਾ ਕੇ। 750 ਦੀ ਜੇ ਦੇਖਿਆ ਜਾਵੇ ਮਹੀਨੇ ਦੀ ਦਵਾਈ ਵੀ ਹੈਂਡੀਕੈਪ ਦੀ ਨਹੀਂ ਆਉਂਦੀ। ਬੜਾ ਭੱਦਾ ਮਜ਼ਾਕ ਸਰਕਾਰ ਦਾ ਸਾਡੇ ਨਾਲ ਇਹ ਵੀ 750 ਪੈਨਸ਼ਨ ਹੁੰਦੀ ਕੀ ਚੀਜ਼ ਹੈ, ਤੁਸੀਂ ਇਹ ਦੇਖੋ। ਬਿਲਕੁਲ ਜੀ, ਇਹ 750 ਤੇ ਕੁਛ ਵੀ ਨਹੀਂ, ਇਦੋਂ ਵੱਧ ਤਾਂ ਚੰਗੇ ਘਰਾਂ ਦੇ ਬੱਚੇ ਜਿਹੜੇ ਚਾਕਲੇਟ ਖਾ ਜਾਂਦੇ, 750 ਤੋਂ ਵੱਧ ਦੇ। ਬਿਲਕੁਲ ਸਰ। ਤੇ ਇੱਥੇ ਇਹ ਵੀ ਚਿੰਤਾ ਬਣਦੀ ਹੈ ਕਿ ਜਿਹੜੇ ਹੈਂਡੀਕੈਪਟਸ ਨੇ ਉਹਨਾਂ ਦੇ ਨਾਲ ਕੁਦਰਤੀ ਹੈ ਕਿ ਸਮਾਜ ਵੀ ਵਿਤਕਰਾ ਕਰਦਾ ਹੁੰਦਾ ਤੇ ਉਹਨਾਂ ਦੇ ਪਰਿਵਾਰ ਦੇ ਜੀਅ ਵੀ ਥੋੜਾ ਕਿਤੇ ਨਾ ਕਿਤੇ ਵਿਤਕਰਾ ਕਰਦੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਹੜਾ ਤੰਦਰੁਸਤ ਬੱਚਾ ਤੇ ਜਿਹੜਾ ਅੰਗਹੀਣ ਬੱਚਾ, ਉਹਦੀ ਉਨੀ ਪਰਵਰਿਸ਼ ਜਾਂ ਉਹਦੇ ਨਾਲ ਉਦਾਂ ਦੀਆਂ ਸੁੱਖ ਸਹੂਲਤਾਂ ਉਹਨੂੰ ਨਹੀਂ ਦਿੱਤੀਆਂ ਜਾਂਦੀਆਂ। ਬਿਲਕੁਲ। ਤੇ ਜਦੋਂ ਉਹ ਵੱਡਾ ਹੋ ਜਾਂਦਾ ਅੰਗਹੀਣ, ਜਾਂ ਉਹਦਾ ਕੁਦਰਤੀ ਕਿਤੇ ਇਦਾਂ ਦਾ ਅੰਗਹੀਣ ਦੇ ਨਾਲ ਹੀ ਵਿਆਹ ਹੁੰਦਾ। ਬਿਲਕੁਲ ਸਰ। ਤੇ ਉਹਨਾਂ ਨੂੰ ਉਹ ਦੋਨੋਂ ਜਿਹੜਾ ਪਰਿਵਾਰ ਉਹ ਵੀ ਅੰਗਹੀਣ ਹੀ ਹੁੰਦਾ ਹੈਗਾ ਆ। ਤੇ ਦੋਨਾਂ ਦਾ ਉਹ 1500 ਦੇ ਵਿੱਚ ਗੁਜ਼ਾਰਾ ਜਿਹੜਾ ਆ ਮਹੀਨੇ ਭਰ ਦਾ ਕਿਵੇਂ ਚੱਲਦਾ, ਬੜਾ ਔਖਾ ਹੁੰਦਾ।
ਇਹ ਦੇਖੋ ਸਰ, ਗੱਲ ਇਦਾਂ ਵੀ ਚੰਗਾ ਭਲਾ ਬੰਦਾ ਜਿਹੜਾ ਉਹ ਵੀ ਕਹਿੰਦਾ ਵੀ ਮੈਂ ਬੜਾ ਦੁਖੀ ਆ, ਜਿਨ੍ਹਾਂ ਦੇ ਬਿਜ਼ਨਸ ਚੱਲਦੇ ਆ ਉਹ ਉਹ ਵੀ ਕਹਿੰਦਾ ਮੈਂ ਬੜਾ ਦੁਖੀ ਆ। ਇਹ ਸਾਰੇ ਪਰਿਵਾਰ ਬੜੇ ਦੁਖੀ ਆ, ਜਿਨ੍ਹਾਂ ਦੇ ਇਸ ਵੇਲੇ ਬੜੀਆਂ ਦੁਕਾਨਾਂ ਸ਼ਾਪ ਚੱਲਦੇ ਆ ਉਹ ਸਾਡੇ ਨਾਲ ਵੀ ਜ਼ਿਆਦਾ ਦੁਖੀ ਨੇ। ਪਰ ਮੈਂ ਇਹ ਕਹਿੰਦਾ ਜਿਹੜਾ ਸਾਡਾ ਵਰਗ ਘਰ 'ਚ ਬੈਠਾ ਹੀ, ਜਿਨ੍ਹਾਂ ਨੂੰ ਇੱਕ ਟਾਈਮ ਚਾਹ ਮਿਲ ਗਈ ਦੂਏ ਟਾਈਮ ਦਾ ਪਤਾ ਕੋਈ ਨਹੀਂ, ਰੋਟੀ ਮਿਲ ਗਈ ਜਾਂ ਦੂਏ ਟਾਈਮ ਮਿਲਣੀ ਕਿ ਨਹੀਂ ਮਿਲਣੀ, ਇੱਥੇ ਤਾਂ ਸਾਡੇ ਨਾਲ ਸਰਕਾਰ ਵੀ ਤੇ ਸਾਡੇ ਘਰ ਦੇ ਵੀ ਮਤਈ ਮਾਲ ਆ ਹਾਲ ਕਰਦੇ ਆ। ਕੋਈ ਇਹ 'ਚ ਜ਼ਰੂਰੀ ਨਹੀਂ, ਕੋਈ ਸ਼ੱਕ ਨਹੀਂ, ਕੋਈ ਦੋ ਰਹਿਮਾ ਨਹੀਂ। ਖੁਦ ਮੈਂ ਦੱਸਦਾ ਜੀ, ਮੇਰੇ ਅੱਜ ਤੱਕ ਦੇ ਦੇਖਣ ਦੇ ਤੱਕ ਹੀ ਮੇਰੇ ਬੜੇ ਭਾਈ ਨਾਲ ਜ਼ਿਆਦਾ ਲਾਡ ਸੀਗਾ ਕਿ ਉਹ ਬਿਲਕੁਲ ਸਹੀ ਸੀਗੇ। ਉਹ ਅਸੀਂ ਹੈਂਡੀਕੈਪ ਸੀਗੇ, ਸਾਡੇ ਨਾਲ ਕੁਝ ਘੱਟ ਸੀਗਾ। ਜਦੋਂ ਸਾਡੇ ਨਾਲ ਇਹ ਵਤੀਰਾ ਹੋ ਸਕਦਾ ਤੇ ਕਿਉਂ ਜਿਹੜੇ ਬਾਕੀ ਸਾਡੇ ਹੈਂਡੀਕੈਪ ਭਰਾ ਆ ਉਹਨਾਂ ਨਾਲ ਵੀ ਤਾਂ ਇਹੀ ਹੁੰਦਾ ਹੋਊਗਾ। ਜਦੋਂ ਕੋਈ ਮਾੜਾ ਮੋਟਾ ਆਪਣਾ ਸਾਧਨ ਚਲਾਉਂਦੇ ਆ ਘਰ ਦੇ ਨਾਲ ਹੀ ਅਲੱਗ ਕਰ ਦਿੰਦੇ ਆ ਕਿ ਇਹਨਾਂ ਦਾ ਸਾਨੂੰ ਦੋ ਦਾ ਭਾਰ ਚੱਕਣਾ ਪੈ ਜਾਣਾ। ਪਹਿਲਾਂ ਤਾਂ ਇੱਕ ਦਾ ਚੱਕਦੇ ਸੀ, ਹੁਣ ਸਾਨੂੰ ਦੋ ਦਾ ਚੱਕਣਾ ਪੈ ਜਾਣਾ। ਕੁਦਰਤ ਨੇ ਤਾਂ ਜੋ ਕੀਤਾ ਕੀਤੇ ਹੀ ਆ। ਜਿਹੜੇ ਸਾਡੇ ਸਮਾਜ ਦੇ ਲੋਕ ਆ ਜਾਂ ਸਾਡੇ ਘਰ ਦੇ ਆ ਨਾ ਜੀ, ਉਹ ਵੀ ਸਾਨਾ ਉਦਾਂ ਦੀ ਜਾਣੀ ਕਿ ਵਤੀਰਾ ਕਰ ਰਹੇ ਆ। ਜੋ ਰੱਬ ਨੇ ਕੀਤਾ ਉਹੀ ਸਾਡਾ ਜੇ ਕੁਦਰਤ ਦੀ ਮਾਰ ਪਈ ਹੈ, ਪਰਿਵਾਰ ਨੇ ਵੀ ਵਿਤਕਰਾ ਕੀਤਾ, ਪਰਿਵਾਰ ਦੀ ਆਪਣੀ ਮਜਬੂਰੀ ਹੁੰਦੀ, ਉਹਨਾਂ ਦੇ ਕੋਲ ਵੀ ਵਾਲੇ ਸਾਧਨ ਕਮਾਈ ਦੇ ਨਹੀਂ ਹੁੰਦੇ, ਉਹ ਵਿਆਹ ਹੋ ਜਾਂਦੇ, ਭਰਾ ਵੀ ਤਾਂ ਚਲੋ ਉਹਨਾਂ ਨੇ ਆਪਣਾ ਪਰਿਵਾਰ ਵਸਾਉਣਾ ਹੁੰਦਾ। ਇੱਥੇ ਜ਼ਿੰਮੇਵਾਰੀ ਬਣਦੀ ਸਰਕਾਰ ਦੀ ਜੀ। ਤੇ ਸਰਕਾਰ, ਅਸੀਂ ਜਿਵੇਂ ਬਾਹਰਲੀਆਂ ਵਿਦੇਸ਼ਾਂ ਦੇ ਵਿੱਚ, ਬਾਹਰਲੀਆਂ ਕੰਟਰੀਆਂ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਦੇਖਦੇ ਆ, ਉਹ ਅੰਗਹੀਣਸ ਨੂੰ ਇੰਨੀ ਕੁ ਉਹਨਾਂ ਨੂੰ ਪੈਨਸ਼ਨ ਦਿੰਦੇ ਨੇ, ਇੰਨਾ ਸਤਿਕਾਰ ਕਰਦੇ ਨੇ ਕਿ ਉਹ ਬਿਲਕੁਲ ਚੰਗੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਵੀ ਉਹਨਾਂ ਦੇ ਪੈਸੇ ਬਚਦੇ ਨੇ। ਤੇ ਇੱਥੇ ਕਦੀ ਤੁਹਾਡੇ ਘਰਾਂ ਦੇ ਵਿੱਚ, ਅੰਗਹੀਣ ਵਿਅਕਤੀਆਂ ਦੇ ਘਰਾਂ ਦੇ ਵਿੱਚ, ਕੋਈ ਆਪਣੇ ਇਲਾਕੇ ਦਾ ਐਮਐਲਏ, ਐਮਪੀ ਜਾਂ ਸਰਕਾਰੀ ਕੋਈ ਨੁਮਾਇੰਦਾ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਕਦੀ ਤੁਹਾਡੇ ਕੋਲ ਗੱਲ ਕੀਤੀ ਬਈ ਤੁਸੀਂ ਕਿਵੇਂ ਗੁਜ਼ਾਰਾ ਕਰਦੇ, ਸਾਨੂੰ ਦੱਸੋ ਬਈ ਅਸੀਂ ਤੁਹਾਡੀ ਜ਼ਿੰਦਗੀ 'ਚ ਸਹਾਰਾ ਬਣਾਂਗੇ? ਪੁੱਛਣਾ ਤਾਂ ਬਹੁਤ ਦੂਰ ਦੀ ਗੱਲ ਆ ਸਰ, ਘਰ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਸੋਚੀ ਵੀ ਅਸੀਂ ਪਿੰਡ ਦੇ ਸਰਪੰਚ ਨਾਲ ਫੋਨ ਕਰਕੇ ਪੁੱਛੀਏ ਵੀ ਤੁਹਾਡੇ ਪਿੰਡ ਕੋਈ ਇਦਾਂ ਦਾ ਕੋਈ ਬੰਦਾ ਹੈ ਤਾਂ ਨਹੀਂ, ਕੋਈ ਲੇਡੀਜ਼, ਕੋਈ ਜੈਂਟਸ, ਕੋਈ ਬੱਚਾ, ਕੋਈ ਬਜ਼ੁਰਗ ਜਾਂ ਸਿਆਣਾ ਕੋਈ ਹੈਗਾ ਹੈਂਡੀਕੈਪ, ਤਾਂ ਉਹਨੂੰ ਆਪਾਂ ਕੀ ਦੇ ਸਕੀਏ, ਉਹਦਾ ਕਿੱਦਾਂ ਗੁਜ਼ਾਰਾ ਹੋਊਗਾ ਜਾਂ ਉਹਨੂੰ ਕਿਹੜੀ ਚੀਜ਼ ਦੀ ਲੋੜ ਆ। ਸਰਕਾਰਾਂ ਨੇ ਤਾਂ ਭਾਜੀ ਕਦੀ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਹੋਣਾ ਵੀ ਕੋਈ ਹੈਂਡੀਕੈਪ ਵਰਗ ਹੈ ਜਾਂ ਨਹੀਂ ਹੈ। ਬਾਕੀ ਤਾਂ ਗੱਲਾਂ ਦੂਰ ਦੀਆਂ। ਸਾਡੇ ਪਿੰਡ ਦੇ ਸਰਪੰਚ, ਆਪਣੇ ਪਿੰਡਾਂ ਦੇ ਆਪਾਂ ਸਰਪੰਚਾਂ ਦੀ ਗੱਲ ਕਰਦੇ ਹਾਂ, ਉਹੀ ਨਹੀਂ ਢੰਗ ਨਾਲ ਪੁੱਛ ਰਹੇ। ਸਰਕਾਰਾਂ ਤਾਂ ਭਾਜੀ ਬਹੁਤ ਉੱਪਰ ਬੈਠੀਆਂ। ਤੇ ਜਿਵੇਂ ਜਿਸ ਵੈਸੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਇੱਕ ਸੰਘਰਸ਼ ਭਰੀ ਆ ਜੀ, ਜਿਵੇਂ ਇਹ 3 ਕੁ ਮਹੀਨੇ ਲੋਕਾਂ ਦਾ ਸੰਘਰਸ਼ ਹੋਇਆ, ਲੋਕਾਂ ਦੀਆਂ ਜਿਹੜਾ ਉਹ ਆਵਾਜ਼ ਆਈ ਸਾਹਮਣੇ, ਸਭ ਨੂੰ ਪਤਾ। ਉਹ 3 ਮਹੀਨੇ ਕੱਢਣੇ ਔਖੇ ਹੋ ਗਏ ਲੋਕਾਂ ਨੂੰ। ਤੁਸੀਂ ਜ਼ਿੰਦਗੀ ਕਿਵੇਂ ਕੱਢਦੇ ਹੋ, ਬੜਾ ਸਵਾਲ ਇੱਥੇ ਖੜਾ ਹੁੰਦਾ। ਇੱਥੇ ਇਸ 3 ਮਹੀਨੇ ਦੇ ਵਿੱਚ ਵੀ ਸਰਕਾਰ ਵੱਲੋਂ ਤੁਹਾਨੂੰ ਕੋਈ ਰਾਸ਼ਨ, ਕੋਈ ਤੁਹਾਨੂੰ 4 ਪੈਸੇ, ਕਿਤੇ ਕੋਈ ਮਦਦ ਆਈ ਕਿ ਨਹੀਂ? ਨਹੀਂ ਸਰ, ਸਰਕਾਰ ਤੋਂ ਕੋਈ ਮਦਦ ਨਹੀਂ ਆਈ। ਸਾਡੇ ਪਿੰਡ ਦੇ ਜਿਹੜੇ ਸੂਝਵਾਨ ਵਿਅਕਤੀ ਆ ਉਹਨਾਂ ਨੇ ਰਾਸ਼ਨ ਵੰਡਿਆ 2-3 ਵਾਰ ਪਿੰਡ ਦੇ ਵਿੱਚ, ਉਸ ਕਰਕੇ ਗੁਜ਼ਾਰਾ ਹੋ ਗਿਆ। ਸਰਕਾਰ ਨੇ ਹੁਣ ਦੇਖੋ ਜੀ, ਆਹ ਕੁਛ ਦਿਨ ਹੋਏ ਆ ਹਜੇ, ਉਹਨਾਂ ਨੇ 15 ਕਿਲੋ ਦਾਣੇ ਤੇ 3 ਕਿਲੋ ਦਾਲ ਦੇ ਹਿਸਾਬ ਨਾਲ ਸਾਰਿਆਂ ਨੂੰ ਦਿੱਤਾ ਨਾ, ਉਹ ਸਾਰਿਆਂ ਨੂੰ ਦਿੱਤਾ। ਉਹ ਤਾਂ ਰੂਟੀਨ ਦੇ ਵਿੱਚ ਹੈਗਾ। ਹਾਂਜੀ, ਹੋਰ ਕੋਈ ਸਰਕਾਰ ਵੱਲੋਂ 1 ਪੈਸੇ ਦਾ ਵੀ ਕਿਸੇ ਨੂੰ ਵੀ ਕੋਈ ਸਹਾਰਾ ਨਹੀਂ ਹੈਗਾ। ਇਦਾਂ ਦਾ ਸਮਾਂ ਵੀ ਕਦੀ ਆਇਆ ਵੀ ਪਿੰਡ ਦੇ ਵਿੱਚ ਐਮਐਲਏ, ਐਮਪੀ ਆਇਆ ਹੋਵੇ ਜਾਂ ਤੁਸੀਂ ਉਹਦੇ ਕੋਲ ਇਕੱਠੇ ਹੋ ਕੇ ਅੰਗਹੀਣ ਵਿਅਕਤੀ ਇਕੱਠੇ ਹੋ ਕੇ ਗਏ ਹੋਗੇ, ਜਾਂ ਮਾਨਯੋਗ ਡੀਸੀ ਜਾਂ ਐਸਡੀਐਮ ਸਾਹਿਬ ਨੂੰ ਵੀ ਕਦੀ ਬੇਨਤੀ ਕੀਤੀ ਹੋਵੇ, ਉਹਨਾਂ ਨੂੰ ਤੁਸੀਂ ਰਾਏ ਆਪਣੀ ਦੱਸੀ ਹੋਵੇ, ਉਹਨਾਂ ਨੇ ਤੁਹਾਨੂੰ ਦੱਸੀ ਹੋਵੇ ਤੁਹਾਡਾ ਗੁਜ਼ਾਰਾ ਕਿੱਦਾਂ ਹੋ ਸਕਦਾ? ਇਦਾਂ ਵੀ ਸਮਾਂ ਆਇਆ ਕਦੀ? ਨਹੀਂ ਸਰ, ਇਦਾਂ ਦਾ ਸਮਾਂ ਕੋਈ ਨਹੀਂ ਆਇਆ। ਅਸੀਂ ਮੰਗ ਪੱਤਰ ਜ਼ਰੂਰ ਦੇ ਕੇ ਅਸੀਂ ਵਿਕਰਮ ਚੌਧਰੀ ਨੂੰ ਵੀ ਹੈਂਡੀਕੈਪਾਂ ਬਾਰੇ ਕੋਈ ਸੋਚਿਆ ਜਾਵੇ, ਇਹਨਾਂ ਦੀ ਪੈਨਸ਼ਨ ਬਾਰੇ ਕੋਈ ਵਿਚਾਰ ਕੀਤੀ ਜਾਵੇ। ਕਮ ਸੇ ਕਮ ਵੀ ਸਾਲ, 1.5 ਸਾਲ, 2 ਸਾਲ ਹੋ ਗਏ, ਉਹਨਾਂ ਨੇ ਵੀ ਇਸ ਗੱਲ ਤੇ ਕੋਈ ਗੌਰ ਨਹੀਂ ਕੀਤੀ। ਸਾਲ ਕੁ ਹੋ ਗਿਆ, ਅਸੀਂ 2 ਵਾਰ ਤਾਂ ਅਸੀਂ ਜੀ ਨਵਾਂਸ਼ਹਿਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ। ਹੁਣ ਸਾਡਾ ਵਿਸ਼ਾ ਇਹੀ ਆ, ਫਿਰ ਅਸੀਂ 1-2 ਦਿਨਾਂ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਜ਼ਰੂਰ ਮਿਲਾਂਗੇ, ਉਹਨਾਂ ਨੂੰ ਫਿਰ ਇੱਕ ਵਾਰ ਜਾਣੂ ਕਰਾਵਾਂਗੇ। ਵੀ ਨਹੀਂ ਤਾਂ ਫਿਰ ਕੋਈ ਨਾ ਕੋਈ ਵਰਤ ਰੱਖ ਕੇ ਉੱਥੇ ਬੈਠਾਂਗੇ ਅਸੀਂ, ਵੀ ਉੱਦਾਂ ਦਾ ਭੁੱਖੇ ਦਾ ਘਰਾਂ 'ਚ ਵੀ ਬੈਠੇ ਹੀ ਹੈ। ਸਰਕਾਰ ਦੇ ਮੋਹਰੇ ਜਾ ਕੇ ਮਰ ਜਾਗੇ ਤਾਂ ਵੀ ਉੱਥੇ ਕੀ ਗੱਲ ਹੈ, ਐਡੀ ਕੋਈ ਖਾਸ ਗੱਲ ਨਹੀਂ ਹੈਗੀ। ਪਰ ਸਰਕਾਰਾਂ ਨੇ ਤਾਂ ਇਸ ਵੇਲੇ ਬਿਲਕੁਲ ਹੀ ਜਾਣੀ ਕਿ ਕਹਿ ਦਈਏ ਚੇਤਾ ਭੁਲਾ ਛੱਡਿਆ ਵੀ ਇਹ ਵਰਗ ਹੈਗਾ ਵੀ ਆ ਜਾਂ ਨਹੀਂ ਹੈਗਾ। ਕਈ ਘਰ ਸਾਡੇ ਇਦਾਂ ਦੇ ਆ ਜਿਹੜੇ ਹਜੇ ਤੱਕ ਵੀ ਬਿੱਲ, ਉਹਨਾਂ ਦੇ 2-2000 ਰੁਪਇਆ ਬਿੱਲ ਆ ਗਿਆ। ਬਿਜਲੀ ਦੇ ਬਿੱਲ ਤੁਹਾਨੂੰ ਆਉਂਦੇ ਆ? ਬਿਜਲੀ ਦੇ ਬਿੱਲ ਇਦਾਂ ਦੇ ਆ ਗਏ ਆ ਕਿ ਉਹ ਬੰਦਿਆਂ ਤੋਂ ਘਰ ਤਾਂ ਖਾਣ ਨੂੰ ਦਾਣੇ ਨਹੀਂ, ਉਹ ਬਿੱਲ ਕਿੱਥੋਂ ਦੇਣਗੇ ਉਹ ਦੱਸੋ। ਤੇ ਤੁਹਾਨੂੰ ਪੈਨਸ਼ਨ ਮਿਲਦੀ 750 ਰੁਪਇਆ ਜੀ, ਤੇ ਬਿਜਲੀ ਦਾ ਬਿੱਲ ਆ ਗਿਆ 2000 ਰੁਪਇਆ।
ਬਿਲਕੁਲ। ਫਿਰ ਤੁਸੀਂ ਕਿਵੇਂ ਐਡਜਸਟ ਕਰੋਗੇ? ਬਹੁਤ ਔਖੀ ਜ਼ਿੰਦਗੀ ਹੈ ਸਾਰੇ। ਇਹ ਉਹ ਬੰਦੇ ਅੱਜ ਵੀ ਆ ਰਹੇ ਸੀਗੇ, ਰੋ ਰਹੇ ਸੀਗੇ ਉੱਥੇ ਵੀ ਸਾਡੇ ਕੋਲ ਅਸੀਂ ਬਿੱਲ ਕਿੱਥੋਂ ਦਈਏ। ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਵੀ ਤੂੰ ਇਹਨਾਂ ਦਾ ਬਿੱਲ ਮਾਫ ਕੀਤਾ ਜਾਵੇ, ਹੈਂਡੀਕੈਪ ਵਰਗ ਦਾ ਸਾਰੇ ਦਾ ਬਿੱਲ ਮਾਫ ਕੀਤਾ ਜਾਵੇ, ਟੂਟੀ ਦਾ ਬਿੱਲ ਮਾਫ ਕੀਤਾ ਜਾਵੇ। ਇਹਨਾਂ ਨੂੰ ਕੋਈ ਰਾਸ਼ਨ ਤਾਂ ਮੁਹੱਈਆ ਨਹੀਂ ਕਰਾ ਸਕਦੇ, ਕਮ ਸੇ ਕਮ ਤੁਸੀਂ ਬਿੱਲ ਤਾਂ ਮਾਫ ਕਰ ਹੀ ਸਕਦੇ ਹੋ। ਸਰਕਾਰ ਤਾਂ ਕਿਸੇ ਪਾਸੇ ਵੀ ਕੋਈ ਵੀ ਸਹੂਲਤ ਨਹੀਂ ਦੇ ਰਹੀ ਹੈਂਡੀਕੈਪ ਨੂੰ। ਬਿਲਕੁਲ ਧਨਾੜ ਬੰਦਿਆਂ ਦੇ ਪੈਸੇ ਮਾਫ ਹੋਈ ਜਾਂਦੇ ਆ, ਜਿਨ੍ਹਾਂ ਨੂੰ ਕੋਈ ਵੀ ਦਿੱਕਤ ਨਹੀਂ ਕਿਸੇ ਗੱਲ ਦੀ, ਜਹਾਜ਼ਾਂ 'ਚ ਘੁੰਮਦੇ ਆ, ਵਧੀਆ ਵਧੀਆ ਫੈਕਟਰੀਆਂ ਦੇ ਮਾਲਕ ਆ, ਉਹਨਾਂ ਦੇ ਕਈ ਕਰੋੜਾਂ ਇਨੀ ਪੈਸੇ ਮਾਫ ਕਰ ਦਿੱਤੇ ਆ। ਪਰ ਸਾਡੇ ਹੈਂਡੀਕੈਪ ਵਰਗ ਦੀ ਤਾਂ ਇੱਕ ਪੈਨਸ਼ਨ ਹੀ 2500 ਰੁਪਈਆ ਕਰ ਸਕੇ, ਜਿਹੜੀ ਕੈਪਟਨ ਸਾਹਿਬ ਨੇ ਖੁਦ ਮੂੰਹੋਂ ਕਹਿ ਛੱਡੀ ਹੈ। ਜਿਹੜੀ ਪਿਛਲੀ ਵਾਰ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ ਅੱਜ ਤੋਂ 4 ਸਾਲ ਪਹਿਲੋਂ ਜੀ, ਉਦੋਂ ਕੈਪਟਨ ਸਾਹਿਬ ਨੇ ਬੜਾ ਦੁਹਾਈ ਦੇ ਕੇ ਕਿਹਾ ਸੀਗਾ, ਚੋਣ ਮੈਨੀਫੈਸਟੋ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਵੀ ਜੇ ਸਾਡੀ ਸਰਕਾਰ ਬਣਾਉਂਦੇ ਆ ਤੇ ਅਸੀਂ ਤੁਹਾਨੂੰ 2500 ਰੁਪਈਆ ਪੈਨਸ਼ਨ ਦਿਆਂਗੇ। ਬਿਲਕੁਲ। ਜਿੱਦਾਂ ਘਰ ਘਰ ਨੌਕਰੀ ਦੀ ਵੀ ਗੱਲ ਕੀਤੀ ਸੀ, 1 ਮਹੀਨੇ 'ਚ ਨਸ਼ੇ ਖਤਮ ਕਰਨ ਦੀ ਵੀ ਗੱਲ ਕੀਤੀ ਸੀ। ਅਸੀਂ ਤਾਂ ਇਹ ਆਸ ਰੱਖ ਕੇ ਬੈਠੇ ਸੀ ਸ਼ਾਇਦ ਉਹ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਤੁਹਾਨੂੰ 2500 ਰੁਪਈਆ ਪੈਨਸ਼ਨ ਮਿਲ ਰਹੀ ਆ। ਸਰਕਾਰ ਨੇ 2500 ਰੁਪਈਆ ਪੈਨਸ਼ਨ ਜੀ ਕੀ ਦੇਣੀ ਹੈ? ਤਾਂ ਜਿਹੜੀ 750 ਆ ਸਾਡੀ, ਉਹ ਸਾਨੂੰ ਸਾਲ ਦੇ ਵਿੱਚ ਕਮ ਸੇ ਕਮ ਵੀ ਕਹਿ ਦਿਓ ਕਿ 8-9 ਵਾਰ ਮਿਲਦੀ ਆ, ਬਾਕੀ ਸਾਡੀ ਪੈਨਸ਼ਨ ਕੱਟੀ ਜਾਂਦੀ ਹੈ। ਇਹਦਾ ਮਤਲਬ ਮਹੀਨੇ ਦੇ ਫਿਰ 750 ਹੋਇਆ, 750 ਸਾਲ ਦੀਆਂ 750 ਦੇ ਹਿਸਾਬ ਨਾਲ ਤੁਹਾਨੂੰ ਫਿਰ 500 ਵੀ ਨਹੀਂ ਮਿਲਦਾ? ਨਹੀਂ ਮਿਲਦਾ ਜੀ, ਬਿਲਕੁਲ ਨਹੀਂ ਮਿਲਦਾ। ਨਹੀਂ ਤਾਂ ਅਸੀਂ ਰਿਕਾਰਡ ਦੇਣ ਨੂੰ ਤਿਆਰ ਹਾਂ, ਸਾਤੋਂ ਰਿਕਾਰਡ ਲੈ ਲੈਣ, ਸਾਡੀਆਂ ਕਾਪੀਆਂ ਚੈੱਕ ਕਰ ਲੈਣ। ਇਹ ਜਾਣੀ ਕਿ ਸਾਨੂੰ ਉਹੀ 7-8 ਪੈਨਸ਼ਨਾਂ ਮਿਲਦੀਆਂ ਜੀ, ਬਾਕੀ ਸਾਡੀਆਂ ਪੈਨਸ਼ਨਾਂ ਇਹ ਗਊ ਗੋਦਾ ਕਰ ਜਾਂਦੇ ਵਿੱਚ ਹੀ ਰਲ ਮਿਲ ਕੇ। ਤੇ ਅੱਜ ਤੁਸੀਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਸਾਡੇ NKN TV ਦੇ ਮਾਧਿਅਮ ਦੇ ਰਾਹੀਂ? ਸਰਕਾਰ ਤੋਂ ਇਹੀ ਮੰਗ ਕਰਨਾ ਚਾਹੁੰਦੇ ਆ ਜੀ, ਹੈਂਡੀਕੈਪ ਵਰਗ ਦਾ ਬੜਾ ਔਖਾ ਹੈ, ਜ਼ਿੰਦਗੀ ਬੜੀ ਬਸਰ ਕਰਨੀ ਔਖੀ ਹੈ। ਜੇ ਦੇਖਿਆ ਜਾਵੇ ਅੱਜ ਕੱਲ੍ਹ ਚੰਗੇ ਭਲੇ ਬੰਦੇ ਦਾ ਨਹੀਂ ਸਰਦਾ। ਸਰਨਾ ਤਾਂ ਇਹ ਹੈਂਡੀਕੈਪ ਕੀ ਕਮਾਊਗਾ ਤੇ ਕੀ ਖਾਊਗਾ, ਤੇ ਦਿਹਾੜੀ ਜਾਣ ਜੋਗਾ ਤਾਂ ਹੈ ਨਹੀਂ ਗਾ ਇਹ। ਕਈ ਬੰਦੇ ਸਾਡੇ ਇਦਾਂ ਦੇ ਘਰਾਂ 'ਚ ਬੈਠੇ ਜਿਹੜੇ 100% ਆ, ਉਹ ਕੀ ਕਰਨਗੇ? ਬਹੁਤ ਔਖੀ ਆ। ਪਰ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਮੈਂ 2500 ਰੁਪਈਆ ਪੈਨਸ਼ਨ ਕਰਾਂਗੇ, ਜਾਂ ਤਾਂ ਉਹ ਸਾਡੀ ਕੰਮ ਜੇ 2500 ਨਾਲ ਵੀ ਨਹੀਂ ਕੁਝ ਵੀ ਬਣਦਾ ਜੀ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ। ਅਸੀਂ ਤਾਂ ਸਰਕਾਰ ਨੂੰ ਮੰਗ ਕਰਾਂਗੇ ਕਮ ਸੇ ਕਮ ਵੀ 5000 ਰੁਪਈਆ ਪੈਨਸ਼ਨ ਕੀਤੀ ਜਾਵੇ। ਇਹ ਤੋਂ ਥੱਲੇ ਤਾਂ ਕੋਈ ਗੁਜ਼ਾਰੇ ਨਹੀਂ ਹੈਗਾ। ਕਿਉਂ ਦੇਖੋ ਜੀ, ਕਈਆਂ ਬੰਦਿਆਂ ਦੀ ਤਾਂ ਮੈਡੀਸਨ ਨਹੀਂ 2-2000 3-3000 ਦੀ ਮੈਡੀਸਨ ਆਉਂਦੀ ਹੈ ਜੀ। ਉਹ ਮੈਡੀਸਨ ਕਿੱਥੋਂ ਲੈਣਗੇ ਤੇ ਉਹ ਘਰ ਦਾ ਖਰਚਾ ਕਿੱਥੋਂ? ਬਿਲਕੁਲ ਜੀ, ਹੋਰ ਘਰ ਦੇ ਕਿੰਨੇ ਖਰਚੇ ਆ ਜੀ। ਜਿਹੜੇ ਵਿਆਹ ਹੋਏ ਉਹਨਾਂ ਦੇ ਬੱਚੇ ਵੀ ਆ, ਉਹਨਾਂ ਦੇ ਪੜ੍ਹਾਈ ਦੇ ਖਰਚੇ ਵੀ ਆ, ਉਹਨਾਂ ਦਾ ਪਾਲਣ ਪੋਸ਼ਣ ਵੀ ਆ, ਕੱਪੜੇ ਲੱਤੇ ਵੀ ਆ, ਬਿਜਲੀ ਦਾ ਬਿੱਲ ਵੀ ਆ, ਕੋਈ ਮਕਾਨ ਵੀ ਬਣਾਉਣਾ, ਕੋਈ ਵਿਆਹ ਸ਼ਾਦੀ ਵੀ ਆ ਜਾਂਦਾ। ਸਾਰੇ ਖਰਚੇ ਜਿਹੜੇ ਉਹ ਕਰਨੇ ਪੈਂਦੇ ਨੇ। ਬਹੁਤ ਔਖੀ ਆ ਵੀਰ ਜੀ। ਇਹ ਤਾਂ ਸਰਕਾਰ ਤੋਂ ਤਾਂ ਹੁਣ ਇਹੀ ਮੰਗਿਆ ਵੀ ਜੇ ਉਹ ਕਰ ਸਕਦੇ ਆ ਤਾਂ ਸਾਡੀ ਜਿਹੜੀ ਪੈਨਸ਼ਨ ਆ ਕਮ ਸੇ ਕਮ 5000 ਕੀਤੀ ਜਾਵੇ। ਹੈਂਡੀਕੈਪ ਵਰਗ ਨਾਲ ਤਾਂ ਬਿਲਕੁਲ ਹੀ ਧੱਕਾ ਕਰ ਰਹੇ ਆ। ਕੋਈ ਸਹੂਲਤ ਨਹੀਂ ਹੈਗੀ। ਆ ਕੇ ਸਾਨੂੰ ਦੱਸਣ ਕਿਹੜੀ ਸਹੂਲਤ ਆ। ਸਾਡੇ ਯਾਨੀ ਕਿ 25% ਸਾਡੇ ਇਦਾਂ ਦੇ ਹੈਂਡੀਕੈਪ 50% ਹੈਗੇ ਆ ਜਿਨ੍ਹਾਂ ਨੂੰ ਦਾਣੇ ਵੀ ਨਹੀਂ ਲੱਗ ਰਹੇ ਇਸ ਵੇਲੇ। ਦਾਣੇ ਵੀ ਨਹੀਂ ਮਿਲ ਰਹੇ, ਉਹਨਾਂ ਨੂੰ ਪੈਨਸ਼ਨ ਵੀ ਨਹੀਂ ਆ ਰਹੀ। ਅਸੀਂ ਉਹਨਾਂ ਦੇ ਘਰ ਵੀ ਦਿਖਾ ਦਾਂਗੇ, ਉਹਨਾਂ ਦੇ ਐਡਰੈਸ ਵੀ ਦੇ ਜਾਵਾਂਗੇ। ਪੰਜਾਬ ਸਰਕਾਰ ਦੇ ਨੁਮਾਇੰਦੇ ਸਾਡੇ ਕੋਲ ਪਹੁੰਚਣੇ ਚਾਹੀਦੇ ਆ। ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਨੌਕਰੀਆਂ ਨਿਕਲਦੀਆਂ ਉਹਨਾਂ ਦੇ ਵਿੱਚ ਅੰਗਹੀਣ ਵਿਅਕਤੀਆਂ ਲਈ ਸੀਟਾਂ ਰਾਖਵੀਆਂ ਹੁੰਦੀਆਂ। ਤੁਹਾਡਾ ਅੰਗਹੀਣ ਵਰਗ ਜਿਹੜਾ ਹੈਗਾ ਆ, ਇਹਦੇ ਵਿੱਚੋਂ ਕਿੰਨੇ ਕੁ ਲੋਕ ਆ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ? ਬਿਲਕੁਲ ਗਲਤ ਆ ਜੀ ਇਹ। ਆ ਪਿੱਛੇ ਜੇ ਜੀ ਇੱਕ ਆਇਆ ਸੀਗਾ ਵੀ ਹੈਂਡੀਕੈਪ ਵਰਗ ਲਈ ਨੌਕਰੀਆਂ ਨਿਕਲੀਆਂ। ਉਹ ਬੰਦਿਆਂ ਨਾਲ ਫੋਨ ਤੇ ਗੱਲ ਕਰਦੇ, ਉਹ ਪਹਿਲੀ ਗੱਲ ਤਾਂ ਬੰਦੇ ਸਿੱਧੇ ਮੂੰਹ ਗੱਲੇ ਨਹੀਂ ਕਰਦੇ। ਉਹਨਾਂ ਨੇ ਜਦੋਂ ਉਹਨਾਂ ਨਾਲ ਗੱਲ ਕਰੋ, ਹਾਂਜੀ ਅਸੀਂ ਇੱਦਾਂ ਦੇ ਕਰਕੇ ਹੈਂਡੀਕੈਪ ਬੋਲਦੇ ਹਾਂ ਜੀ, ਵੀ ਸਾਨੂੰ ਆਹ ਨੌਕਰੀਆਂ ਬਾਰੇ ਪਤਾ ਲੱਗਾ। ਉਹ ਕਹਿੰਦੇ ਜਦੋਂ ਹੋਊਗਾ ਤੁਹਾਨੂੰ ਦੱਸਾਂਗੇ। ਹਜੇ ਸਾਡੇ ਤੱਕ ਇਹ ਗੱਲ ਨਹੀਂ ਪਹੁੰਚੀ, ਸਿਰਫ ਇਹ ਫਾਰਮੈਲਿਟੀਆਂ ਸਰਕਾਰ ਦੀਆਂ। ਫਿਰ ਪੰਜਾਬ ਸਰਕਾਰ ਨੇ ਕਿਹਾ ਸੀ ਅਸੀਂ ਨੌਕਰੀ ਦੇਵਾਂਗੇ ਤੁਹਾਨੂੰ, ਘਰ ਘਰ ਨੌਕਰੀ ਦੇਵਾਂਗੇ। ਮੈਨੂੰ ਇੱਕ ਮੈਸੇਜ ਆਇਆ ਜੀ ਨੌਕਰੀ ਦੇ ਉੱਤੇ, ਉਹਦੇ ਉੱਤੇ 7-8 ਬੰਦਿਆਂ ਦੇ ਨੰਬਰ ਦਿੱਤੇ ਆ। ਫਗਵਾੜਾ, ਜਲੰਧਰ, ਨਵਾਂ ਸ਼ਹਿਰ, ਫਲੋਰ, ਲੁਧਿਆਣਾ। ਕੋਈ ਕਿਸੇ ਹੋਟਲ ਦਾ ਨੰਬਰ ਆ ਉਹਦੇ ਵਿੱਚ, ਹੋਟਲ ਦੇ ਭਾਂਡੇ ਧੋਣ ਵਾਲੀ ਨੌਕਰੀ ਚਾਹੀਦੀ ਹੈ। ਬਸ ਜੀ ਬਸ। ਉਹ ਉਹਨਾਂ ਦੇ ਵਿੱਚ ਨੰਬਰ ਦਿੱਤੇ ਸਾਨੂੰ ਤੇ ਮੈਂ ਉਹਨਾਂ ਨੰਬਰਾਂ ਤੇ ਸੰਪਰਕ ਕੀਤਾ। ਮੈਨੂੰ ਫੋਨ ਆਇਆ ਸੀ, ਅਸੀਂ ਪੰਜਾਬ ਤੋਂ ਬੋਲਦੇ ਹਾਂ, ਪੰਜਾਬ ਸਰਕਾਰ ਦੇ ਘਰ ਘਰ ਨੌਕਰੀ ਤੋਂ, ਵੀ ਅੱਜ ਤੁਹਾਡੇ ਇੱਦਾਂ ਦੇ ਕਰਕੇ ਵੀ ਤੁਹਾਡਾ ਨੰਬਰ ਆ ਗਿਆ, ਤੁਸੀਂ ਹੈ ਨਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਿਤੇ ਵੀ ਤੁਸੀਂ ਜਾ ਕੇ ਐਡਜਸਟਮੈਂਟ ਕਰ ਸਕਦੇ ਹੋ। ਮੈਂ ਚਲੋ ਠੀਕ ਹੈ ਜੀ। ਮੈਂ ਹੈ ਨਾ ਫੋਨ ਕੀਤਾ ਤੇ ਮੇਰਾ ਫੋਨ ਚੱਕਿਆ ਜਲੰਧਰ ਤੋਂ ਭਾਜੀ ਹੁਣੀ, ਉਹਨਾਂ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੇ ਜੀ ਮੇਰਾ ਤਾਂ ਰੈਸਟੋਰੈਂਟ ਆ, ਵੀ ਸਾਡੇ ਕੋਲ ਜਿਹੜੀ ਨੌਕਰੀ ਖਾਲੀ ਆ, ਵੀ ਜਿੱਦਾਂ ਆਪਾਂ ਬਰਤਨ ਸਾਫ਼ ਕਰਨੇ ਆ ਜਾਂ ਸਫਾਈ ਸੇਵਕ ਦੀ, ਇਹ ਨੌਕਰੀ ਮੇਰੇ ਕੋਲ, ਇਹ ਸੀਟਾਂ ਖਾਲੀ ਨੇ, ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ। ਮੇਰੇ ਕੋਲ ਨੰਬਰ ਵੀ ਅਵੇਲੇਬਲ ਆ, ਮੇਰੇ ਕੋਲ ਮੈਸੇਜ ਵੀ ਉਹ ਪਏ ਆ। ਇਹ ਪੰਜਾਬ ਸਰਕਾਰ ਨੇ ਸਾਨੂੰ ਨੌਕਰੀਆਂ ਇਹ ਦਿੱਤੀਆਂ। ਇਹ ਦੇਖ ਲਓ ਤੁਸੀਂ ਵੀ ਕਿਹੜੀ ਸਾਡੇ ਲਈ ਵਧੀਆ ਨੌਕਰੀ ਹੈ ਇਹ।
ਬਿਲਕੁਲ ਜੀ, ਜਿਹੜੇ ਬਹੁਤ ਵੱਡੇ ਵੱਡੇ ਬੋਰਡ ਲੱਗੇ ਨੇ ਵੱਖ-ਵੱਖ ਮੋੜਾਂ ਦੇ ਉੱਤੇ, ਜਿਹਦੇ ਉੱਤੇ 2.5 ਕਰੋੜ ਨੌਕਰੀ ਦਿੱਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੇ ਵਿੱਚ ਗਿਣਤੀ ਇਹਨਾਂ ਦੀ ਵੀ ਹੈ। ਜਿਹੜੀ ਗਿਣਤੀ ਵੱਖ-ਵੱਖ ਰੈਸਟੋਰੈਂਟਾਂ ਦੇ ਵਿੱਚ ਭਾਂਡੇ ਧੋਣ ਦੀ ਹੈ, ਸਫਾਈ ਕਰਨ ਦੀ ਹੈ, ਜਿਹੜੇ ਇੱਕ ਦੂਜੇ ਤੋਂ ਦੂਜੀ ਜਗ੍ਹਾ ਤੇ ਮੋਟਰਸਾਈਕਲ ਤੇ ਖਾਣਾ ਲੈ ਕੇ ਜਾਣਾ ਹੁੰਦਾ, ਉਹ ਜ਼ੋਮੈਟੋ ਦੀ ਹੈ, ਜਾਂ ਵੱਖ-ਵੱਖ ਇੱਧਰ ਉੱਧਰ ਜਿਹਦੀ ਤਨਖਾਹ ਕਰੀਬ 4000 ਜਾਂ 4500 ਰੁਪਈਆ, ਇਹ ਨੌਕਰੀਆਂ ਦੀ ਜਿਹੜੀ ਬਾਂਹ ਵੱਡੀ ਸਾਰੀ ਕੱਢ ਕੇ ਵੱਡੀਆਂ ਫਲੈਕਸਾਂ ਜਿਹੜੀਆਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ, ਜਿਹੜੀਆਂ ਜਿਹਦੇ ਤੇ ਲਿਖਿਆ ਹੁੰਦਾ ਕਿ ਕਰੋੜਾਂ ਨੌਕਰੀਆਂ ਅਸੀਂ ਦਿੱਤੀਆਂ, ਇਹ ਨੌਕਰੀਆਂ ਕਈ ਵਾਰੀ ਭੁਲੇਖਾ ਲੱਗ ਜਾਂਦਾ ਸਾਨੂੰ ਵੀ ਪੰਜਾਬ ਦੀ ਸਰਕਾਰ ਨੇ ਤਾਂ ਬਹੁਤ ਅੱਛੇ ਕੰਮ ਕੀਤੇ ਆ। ਚਲੋ ਉਹਦਾ ਚੰਗੇ ਕੀਤੇ ਵੀ ਹੈ, ਘੱਟੋ ਘੱਟ ਫੋਟੋ ਤਾਂ ਲਾਈ ਆ, ਫੋਟੋ ਲਾਤੀ ਬਸ, ਫੋਟੋ ਦੇ ਉੱਤੇ ਕਰੋੜਾਂ ਦੀ ਗਿਣਤੀ ਜਿਹੜੀ ਲਿਖ ਦਿੱਤੀ, ਉਹਦੇ ਨਾਲ ਥੋੜਾ ਜਿਹਾ ਸਕੂਨ ਜਿਹਾ ਹੋ ਜਾਂਦਾ ਵੀ ਸਰਕਾਰ ਨੇ ਆਪਣਾ ਵਾਅਦਾ ਕੀਤਾ। ਚਲੋ ਆਪਣੀ ਸਰਕਾਰ, ਆਪਾਂ ਭੰਡਣਾ ਵੀ ਕਾਹਨੂੰ ਆ, ਅੱਜ ਨਹੀਂ ਕੀਤਾ ਸ਼ਾਇਦ ਕੱਲ ਨੂੰ ਕਰ ਦਊ। ਨਹੀਂ ਜੀ ਨਹੀਂ, ਇਹਨਾਂ ਦੀ ਕੋਈ ਆਸ ਨਹੀਂ ਹੈਗੀ, ਸਰਕਾਰ ਤੇ ਕੋਈ ਆਸ ਨਹੀਂ। ਅਸੀਂ ਨਹੀਂ, ਇਸ ਸਰਕਾਰ ਦੇ ਤਾਂ ਕੋਈ ਆਸ ਤਾਂ ਹੋਵੇ ਜੇ ਪਹਿਲਾਂ ਇਹਨਾਂ ਨੇ ਕੁਝ ਕੀਤਾ ਹੋਵੇ। ਨਿਰਾਸ਼ ਨਹੀਂ ਹੋਣਾ ਚਾਹੀਦਾ। ਹਾਂਜੀ, ਨਿਰਾਸ਼ ਨਹੀਂ ਹੋਣਾ ਚਾਹੀਦਾ। ਨਹੀਂ, ਨਿਰਾਸ਼ੀ ਪੂਰੀ ਨਾਰਾਜ਼ਗੀ ਆ ਜੀ ਸਾਨੂੰ ਇਹ ਸਰਕਾਰ ਤੇ। ਤਾਂ ਸਾਨੂੰ ਅੱਗੇ 70 ਸਾਲ ਦੇ ਵਿੱਚ ਵੀ ਤਾਂ ਬੈਠੇ ਹੀ ਆ। ਹਾਂ ਬਸ ਜੀ, ਜ਼ਿੰਦਗੀ ਅੱਧੀ ਨਿਕਲ ਗਈ ਆ, ਇੱਕ ਹਿੱਸਾ ਰਹਿ ਗਿਆ, ਹੁਣ ਕੀ ਰਹਿ ਗਿਆ ਮਗਰ। ਸਰਕਾਰ ਰਹੇ ਨਾ ਰਹੇ, ਹੁਣ ਤਾਂ ਸਾਡਾ ਵੀ ਆਪਣਾ ਨਹੀਂ ਰਹਿਣ ਦਾ ਪਤਾ ਕਦ ਕਰੋਨਾ ਹੋ ਜਾਣਾ, ਕਦ ਜਾਂਦੇ ਲੱਗਣਾ। ਹਾਂ, ਪਰ ਕਰੋਨਾ ਇਹਨਾਂ ਨੂੰ ਹੋਣਾ ਚਾਹੀਦਾ, ਪਰ ਜਿਹੜੇ ਏਡੇ ਖਾਈ ਜਾਂਦੇ ਆ, ਪਰ ਗਰੀਬ ਬੰਦੇ ਦਾ ਬਹੁਤ ਔਖਾ ਭਾਜੀ। ਚਲੋ ਆਖਰ ਤੇ ਕੀ ਤੁਸੀਂ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੱਕ? ਸਰਕਾਰ ਤੋਂ ਹੁਣ ਕੀ ਮੰਗੀਏ, ਮਿਲਣਾ ਤਾਂ ਕੁਛ ਹੈ ਨਹੀਂ ਗਾ, ਪਰ ਸਰਕਾਰ ਨੂੰ ਅਸੀਂ ਦੁਬਾਰਾ ਫੇਰ ਉਹੀ ਰੰਡੀ ਰੋਣੇ ਆ ਜੀ। ਸਰਕਾਰ ਨੂੰ ਵੱਧ ਤੋਂ ਵੱਧ ਹੈਂਡੀਕੈਪ ਵਰਗ ਨਾਲ, ਬਜ਼ੁਰਗਾਂ ਨਾਲ ਜਿਹੜੇ ਧੱਕੇ ਹੋ ਰਹੇ ਆ, ਘਰਾਂ 'ਚ ਰੋਲ ਰਹੇ ਆ, ਬਜ਼ੁਰਗ ਵੀ ਰੋਲ ਰਹੇ ਆ। ਜ਼ਰੂਰੀ ਨਹੀਂ ਹੈਗਾ ਕਿ ਇਕੱਲਾ ਹੈਂਡੀਕੈਪ ਵਰਗ ਰੋਲ ਰਿਹਾ, ਪਰ ਹੈਂਡੀਕੈਪ ਵਰਗ ਦਾ ਜ਼ਿਆਦਾ, ਸਾਰਿਆਂ ਨਾਲੋਂ ਜ਼ਿਆਦਾ ਸਮੱਸਿਆ ਇਹ ਆ, ਨਾ ਤਾਂ ਖਾਣ ਲਈ ਉਹ, ਨਾ ਪਹਿਨਣ ਲਈ, ਨਾ ਰਹਿਣ ਲਈ, ਸਭ ਪਾਸਿਓਂ ਮਜਬੂਰ ਆ। ਪਰ ਸਰਕਾਰ ਨੇ ਹਜੇ ਤੱਕ ਕੋਈ ਵੀ ਬਾਂਹ ਨਹੀਂ ਫੜੀ ਕਿਸੇ ਵਰਗ ਦੀ ਵੀ। ਬਿਲਕੁਲ ਜੀ, ਜਿੱਥੇ ਬਲਿਹਾਰ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਵਾਹ ਨਹੀਂ ਫੜੀ, ਅਸੀਂ ਸਾਰੇ ਪਿੱਟਦੇ ਹਾਂ, ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਪਿੱਟਦੇ ਹੋ। ਸਾਡੀ ਦੁਕਾਨ ਬੰਦ ਹੈ, ਸਾਡਾ ਕਾਰੋਬਾਰ ਬੰਦ ਹੈ, ਤੇ ਅਸੀਂ ਘਰਾਂ ਦੇ ਵਿੱਚ ਬੈਠੇ ਹਾਂ। ਜਿਨ੍ਹਾਂ ਦਾ ਕਾਰੋਬਾਰ ਹੈ ਹੀ ਨਹੀਂ, ਜਿਨ੍ਹਾਂ ਦੀ ਦੁਕਾਨ ਹੀ ਹੈ ਨਹੀਂ, ਜਿਹੜੇ ਕੰਮ ਵੀ ਨਹੀਂ ਕਰ ਸਕਦੇ, ਜਿਹੜੇ ਮਜ਼ਦੂਰੀ ਵੀ ਨਹੀਂ ਕਰ ਸਕਦੇ, ਅੰਗਹੀਣ ਜਿਹੜੇ ਵਿਅਕਤੀ ਹੈਗੇ ਨੇ, ਉਹ ਪੂਰੇ ਪੰਜਾਬ ਭਰ ਦੇ ਵਿੱਚ ਤੁਹਾਡੇ ਪਿੰਡਾਂ 'ਚ, ਤੁਹਾਡੇ ਮੁਹੱਲਿਆਂ 'ਚ, ਤੁਹਾਡੇ ਸ਼ਹਿਰਾਂ, ਤੁਹਾਡੇ ਕਸਬਿਆਂ 'ਚ ਬੈਠੇ ਨੇ। ਕਦੀ ਇਹਨਾਂ ਲਈ ਸੋਚਿਆ ਕਿ ਇਹਨਾਂ ਦੇ ਤਾਂ ਕਾਰੋਬਾਰ ਵੀ ਨਹੀਂ, ਕੰਮ ਵੀ ਨਹੀਂ ਕਰ ਸਕਦੇ, ਇਹਨਾਂ ਨੂੰ ਇਹ ਕਰੇ ਹੀ ਕੁਛ ਨਹੀਂ ਸਕਦੇ, ਕਿੱਥੋਂ ਖਾਂਦੇ ਹੋਣਗੇ? ਆਓ ਸੱਚੀ ਮੁੱਚੀ ਜਿੱਥੇ ਸਰਕਾਰਾਂ ਨੂੰ ਇਹਦੇ ਤੇ ਚਿੰਤਾ ਕਰਨੀ ਚਾਹੀਦੀ ਆ, ਉੱਥੇ ਪਿੰਡਾਂ ਦੇ ਵਿੱਚ ਸੰਸਥਾਵਾਂ ਨੂੰ ਵੀ ਇਹਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ, ਤਾਂ ਕਿ ਇਹ ਜਿਹੜੇ ਅਸਲੀ ਸਾਡੇ ਜਿਹੜੇ ਕੁਦਰਤ ਦੀ ਮਾਰ ਹੇਠ ਆਏ ਨੇ, ਕੋਈ ਕਿਸੇ ਦੀ ਲੱਤ ਵਿੰਗੀ ਹੈ, ਕਿਸੇ ਦੀ ਬਾਂਹ ਵਿੰਗੀ ਹੈ, ਤੇ ਕੋਈ ਨੇਤਰਹੀਣ ਹੈ, ਆਓ ਆਪਾਂ ਸੱਚੀ ਮੁੱਚੀ ਇਹਨਾਂ ਨੂੰ ਆਪਾਂ ਦੇਵੀ ਦੇਵਤੇ ਸਮਝ ਕੇ ਇਹਨਾਂ ਦੀ ਸੇਵਾ ਕਰੀਏ, ਤਾਂ ਕਿ ਇਹ ਚੰਗਾ ਜੀਵਨ ਬਤੀਤ ਕਰ ਸਕਣ ਤੇ ਤੁਹਾਨੂੰ ਤੇ ਸਾਨੂੰ ਅਸੀਸਾਂ ਦੇ ਸਕਣ। ਮੈਂ ਆਸ ਕਰਦਾ ਕਿ ਕਰੋਨਾ ਮਹਾਮਾਰੀ ਦੀ ਇਹ ਜਿਹੜੀ ਜੰਗ ਹੈ, ਇਹ ਸਾਨੂੰ ਬਹੁਤ ਕੁਝ ਸਿਖਾਉਣ ਆਈ ਆ, ਤੇ ਆਪਾਂ ਸਿੱਖੀਏ, ਤੇ ਆਪਾਂ ਇਹ ਜਿਹੜੇ ਇਦਾਂ ਦੇ ਅੰਗਹੀਣ ਵਿਅਕਤੀ ਹੈ, ਜਿਵੇਂ ਤੁਹਾਡੇ ਮੁਹੱਲਿਆਂ 'ਚ, ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਆਂਢ ਗੁਆਂਢ ਵੀ ਹੋਣਗੇ, ਆਓ ਆਪਾਂ ਇਹਨਾਂ ਦੀ ਮਦਦ ਕਰੀਏ, ਤਾਂ ਪ੍ਰਮਾਤਮਾ ਜਿਹੜਾ ਖੁਸ਼ ਹੋਏਗਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਲਿਹਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ NKN TV। ਮੈਂ ਤੁਹਾਡਾ ਆਪਣਾ ਨਿਰਮਲ ਗੁੜਾ। ਸਤਿ ਸ੍ਰੀ ਅਕਾਲ।